ਅਧਿਆਇ 26। ਜਦੋਂ ਯੀਸ਼ੂ ਇਹ ਸਭ ਗੱਲਾਂ ਕਹਿ ਚੁੱਕਿਆ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਜਾਣਦੇ ਹੋ ਕਿ 2 ਦਿਨ ਦੇ ਬਾਅਦ ਪਾਸਕਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਉੱਤੇ ਚੜ੍ਹਾਏ ਜਾਣ ਲਈ ਫੜਵਾਇਆ ਜਾਵੇਗਾ। ਤਦ ਪ੍ਰਧਾਨ ਪੁਰੋਹਿਤ ਅਤੇ ਲੋਕਾਂ ਦੇ ਨੇਤਾ ਕੈਫਾਸ ਨਾਂ ਦੇ ਮਹਾਪੁਰੋਹਿਤ ਦੇ ਮਹਿਲ ਵਿੱਚ ਇਕੱਠੇ ਹੋਏ ਅਤੇ ਯੀਸ਼ੂ ਨੂੰ ਚੋਰੀ ਛਿਪੇ ਗ੍ਰਿਫਤਾਰ ਕਰਨ ਲਈ ਅਤੇ ਉਸ ਨੂੰ ਮਾਰ ਦੇਣ ਲਈ ਆਪਸ ਵਿੱਚ ਸਲਾਹ ਕੀਤੀ। ਪਰ ਉਹਨਾਂ ਨੇ ਕਿਹਾ, ਤਿਉਹਾਰ ਦੇ ਸਮੇਂ ਨਹੀਂ, ਕਿਤੇ ਜਨਤਾ ਵਿੱਚ ਹੰਗਾਮਾ ਨਾ ਹੋ ਜਾਵੇ। ਹੁਣ ਜਦੋਂ ਯੀਸ਼ੂ ਬੈਤਨੀਆ ਵਿੱਚ ਸ਼ਮੌਨ ਕੋੜੀ ਦੇ ਘਰ ਵਿੱਚ ਸੀ ਤਾਂ ਇੱਕ ਔਰਤ ਸੰਗਮਰਮਰ ਦੇ ਭਾਂਡੇ ਵਿੱਚ ਬਹੁਤ ਹੀ ਕੀਮਤੀ ਖੁਸ਼ਬੂਦਾਰ ਤੇਲ ਲੈ ਕੇ ਉਸ ਦੇ ਕੋਲ ਆਈ ਅਤੇ ਜਦੋਂ ਉਹ ਭੋਜਨ ਕਰ ਰਿਹਾ ਸੀ ਤਾਂ ਉਸਨੇ ਉਹ ਉਸ ਦੇ ਸਿਰ ਉੱਤੇ ਡੋਲਿਆ। ਪਰ ਜਦੋਂ ਉਸ ਦੇ ਚੇਲਿਆਂ ਨੇ ਇਹ ਦੇਖਿਆ ਤਾਂ ਉਸ 'ਤੇ ਗੁੱਸਾ ਹੋਏ ਅਤੇ ਕਿਹਾ, ਇਸ ਨੂੰ ਕਿਉਂ ਜ਼ਾਇਆ ਕੀਤਾ ਗਿਆ, ਕਿਉਂਕਿ ਇਹ ਖੁਸ਼ਬੂਦਾਰ ਤੇਲ ਇੱਕ ਵੱਡੀ ਰਕਮ ਵਿੱਚ ਵੇਚਿਆ ਜਾ ਸਕਦਾ ਸੀ ਅਤੇ ਉਹ ਰਕਮ ਗਰੀਬਾਂ ਨੂੰ ਦਿੱਤੀ ਜਾ ਸਕਦੀ ਸੀ। ਪਰ ਯੀਸ਼ੂ ਨੇ ਇਹ ਜਾਣਦੇ ਹੋਏ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਇਸ ਔਰਤ ਨੂੰ ਪਰੇਸ਼ਾਨ ਕਰਦੇ ਹੋ, ਕਿਉਂਕਿ ਉਸਨੇ ਮੇਰੇ ਲਈ ਇੱਕ ਸੋਹਣਾ ਕੰਮ ਕੀਤਾ ਹੈ। ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ, ਪਰ ਮੈਂ ਇਸ ਖੁਸ਼ਬੂਦਾਰ ਤੇਲ ਨੂੰ ਮੇਰੇ ਸਰੀਰ ਉੱਤੇ ਡੋਲਣ ਨਾਲ ਇਸਨੇ ਮੈਨੂੰ ਮੇਰੇ ਦਫਨ ਦੇ ਲਈ ਤਿਆਰ ਕੀਤਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਇਸ ਅੰਜੀਲ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਔਰਤ ਦੀ ਯਾਦ ਵਿੱਚ ਇਸ ਦਾ ਇਹ ਕੰਮ ਦੱਸਿਆ ਜਾਵੇਗਾ। ਤਦ 12 ਵਿੱਚੋਂ ਇੱਕ, ਜੋ ਯਹੂਦਾ ਇਸਕਰਿਓਤੀ ਅਖਵਾਉਂਦਾ ਸੀ, ਮਹਾਪੁਰੋਹਿਤਾਂ ਦੇ ਕੋਲ ਗਿਆ ਅਤੇ ਕਿਹਾ, ਜੇਕਰ ਮੈਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਉਹਨਾਂ ਨੇ ਉਸ ਨੂੰ ਚਾਂਦੀ ਦੇ 30 ਸਿੱਕੇ ਦਿੱਤੇ। ਉਸੇ ਪਲ ਤੋਂ ਉਹ ਉਸ ਨੂੰ ਦਗੇ ਨਾਲ ਫੜਵਾਉਣ ਲਈ ਮੌਕਾ ਭਾਲਦਾ ਰਿਹਾ। ਹੁਣ ਬੇਖਮੀਰੀ ਰੋਟੀ ਦੇ ਪਹਿਲੇ ਦਿਨ ਚੇਲੇ ਇਹ ਕਹਿੰਦੇ ਹੋਏ ਯੀਸ਼ੂ ਕੋਲ ਆਏ, ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਾਸਕਾ ਭੋਜਨ ਖਾਣ ਦੀ ਤਿਆਰੀ ਕਰੀਏ? ਉਸਨੇ ਕਿਹਾ, ਸ਼ਹਿਰ ਵਿੱਚ ਫਲਾਣੇ ਆਦਮੀ ਕੋਲ ਜਾਓ ਅਤੇ ਉਸ ਨੂੰ ਕਹੋ, ਗੁਰੂ ਜੀ ਕਹਿੰਦੇ ਹਨ, ਮੇਰਾ ਸਮਾਂ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੁਹਾਡੇ ਘਰ ਵਿੱਚ ਪਾਸਕਾ ਮਨਾਵਾਂਗਾ। ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ ਅਤੇ ਉਹਨਾਂ ਨੇ ਪਾਸਕਾ ਦੀ ਤਿਆਰੀ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠਿਆ। ਜਦੋਂ ਉਹ ਖਾ ਰਹੇ ਸਨ, ਉਸਨੇ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਦਗਾ ਕਰੇਗਾ। ਉਹ ਸਾਰੇ ਬਹੁਤ ਹੀ ਉਦਾਸ ਹੋ ਗਏ ਅਤੇ ਇੱਕ ਕਰਕੇ ਉਸ ਨੂੰ ਪੁੱਛਣ ਲੱਗੇ, ਪ੍ਰਭੂ, ਕੀ ਉਹ ਮੈਂ ਹਾਂ? ਉਸਨੇ ਉੱਤਰ ਦਿੱਤਾ, ਜਿਸਨੇ ਆਪਣੇ ਹੱਥ ਮੇਰੇ ਨਾਲ ਥਾਲੀ ਵਿੱਚ ਡੁਬੋਇਆ ਹੈ, ਉਹ ਮੇਰੇ ਨਾਲ ਦਗਾ ਕਰੇਗਾ। ਮਨੁੱਖ ਦਾ ਪੁੱਤਰ ਤਾਂ ਉਸੇ ਤਰ੍ਹਾਂ ਜਾਂਦਾ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਗਿਆ ਹੈ, ਪਰ ਧਿਕਾਰ ਹੈ ਉਸ ਆਦਮੀ 'ਤੇ ਜਿਸ ਦੇ ਰਾਹੀਂ ਮਨੁੱਖ ਦੇ ਪੁੱਤਰ ਦਾ ਵਿਸ਼ਵਾਸਘਾਤ ਕੀਤਾ ਜਾਏ। ਉਸ ਆਦਮੀ ਲਈ ਇਹੀ ਚੰਗਾ ਹੁੰਦਾ ਜੇਕਰ ਉਹ ਪੈਦਾ ਹੀ ਨਾ ਹੁੰਦਾ। ਯਹੂਦਾ ਨੇ, ਜੋ ਉਸ ਦਾ ਵਿਸ਼ਵਾਸਘਾਤ ਕਰਨ ਵਾਲਾ ਸੀ, ਕਿਹਾ, ਗੁਰੂ ਜੀ, ਕੀ ਉਹ ਮੈਂ ਹਾਂ? ਯੀਸ਼ੂ ਨੇ ਉਸ ਨੂੰ ਕਿਹਾ, ਤੁਸੀਂ ਇਹ ਆਪ ਹੀ ਕਿਹਾ ਹੈ। ਹੁਣ ਜਦੋਂ ਉਹ ਭੋਜਨ ਕਰ ਰਹੇ ਸਨ, ਯੀਸ਼ੂ ਨੇ ਰੋਟੀ ਲਈ, ਉਸ ਨੂੰ ਅਸੀਸ ਦਿੱਤੀ ਅਤੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਲਵੋ, ਇਹ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਸਨੇ ਪਿਆਲਾ ਲਿਆ ਅਤੇ ਜਦੋਂ ਧੰਨਵਾਦ ਕਰ ਲਿਆ ਤਾਂ ਉਸਨੇ ਉਹ ਉਹਨਾਂ ਨੂੰ ਦਿੱਤਾ, ਇਹ ਕਹਿੰਦਿਆਂ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂਕਿ ਇਹ ਨਵੇਂ ਨੇਮ ਦਾ ਮੇਰਾ ਲਹੂ ਹੈ, ਜੋ ਬਹੁਤਿਆਂ ਦੇ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਉਸ ਦਿਨ ਤੱਕ ਅੰਗੂਰੀ ਵੇਲ ਦਾ ਇਹ ਫਲ ਦੁਬਾਰਾ ਨਾ ਪੀਵਾਂਗਾ, ਜਦ ਤੱਕ ਮੈਂ ਆਪਣੇ ਬਾਪ ਦੇ ਰਾਜ ਵਿੱਚ ਇਸ ਨੂੰ ਤੁਹਾਡੇ ਨਾਲ ਨਾ ਪੀਵਾਂ। ਜਦੋਂ ਉਹਨਾਂ ਭਜਨ ਗਾ ਲਿਆ ਤਾਂ ਉਹ ਜੈਤੂਨ ਦੇ ਪਹਾੜ ਵੱਲ ਚੱਲ ਪਏ। ਤਦ ਯੀਸ਼ੂ ਨੇ ਉਹਨਾਂ ਨੂੰ ਕਿਹਾ, ਇਸੇ ਰਾਤ ਤੁਸੀਂ ਸਾਰੇ ਮੇਰੇ ਸਬਬ ਡੋਲ ਜਾਓਗੇ, ਕਿਉਂਕਿ ਲਿਖਿਆ ਗਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਪੁੱਲਰ ਜਾਣਗੀਆਂ। ਪਰੰਤੂ ਮੇਰੇ ਜੀ ਉੱਠਣ ਦੇ ਬਾਅਦ ਮੈਂ ਤੁਹਾਡੇ ਅਗੇਤਾ ਗਲੀਲ ਨੂੰ ਜਾਵਾਂਗਾ। ਪਤਰਸ ਨੇ ਉਸ ਨੂੰ ਕਿਹਾ, ਭਾਵੇਂ ਸਭ ਛੱਡ ਕੇ ਭੱਜ ਜਾਣ, ਪਰ ਮੈਂ ਕਦੀ ਤੁਹਾਨੂੰ ਛੱਡ ਕੇ ਨਹੀਂ ਭੱਜਾਂਗਾ। ਯੀਸ਼ੂ ਨੇ ਉਸ ਨੂੰ ਕਿਹਾ,
ਮੈਂ ਤੈਨੂੰ ਸੱਚ ਕਹਿੰਦਾ ਹਾਂ, ਇਸੇ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਪਤਰਸ ਨੇ ਉਸ ਨੂੰ ਕਿਹਾ, ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਕਿਉਂ ਨਾ ਪਵੇ, ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਸਾਰੇ ਚੇਲਿਆਂ ਨੇ ਇਸ ਤਰ੍ਹਾਂ ਕਿਹਾ। ਫਿਰ ਯੀਸ਼ੂ ਉਹਨਾਂ ਦੇ ਨਾਲ ਗਸਮਨੀ ਨਾਂ ਦੀ ਥਾਂ 'ਤੇ ਗਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਇੱਥੇ ਬੈਠੋ ਜਦ ਤੱਕ ਕਿ ਮੈਂ ਪਰਾਂ ਅੱਗੇ ਜਾ ਕੇ ਪ੍ਰਾਰਥਨਾ ਕਰਾਂ। ਪਤਰਸ ਅਤੇ ਜ਼ਬਦੀ ਦੇ 2 ਪੁੱਤਰਾਂ ਨੂੰ ਆਪਣੇ ਨਾਲ ਲੈ ਕੇ ਉਹ ਦਿਲਗੀਰ ਅਤੇ ਬੇਕਰਾਰ ਹੋਣ ਲੱਗਾ। ਤਦ ਉਸਨੇ ਉਹਨਾਂ ਨੂੰ ਕਿਹਾ, ਮੇਰਾ ਦਿਲ ਬਹੁਤ ਗਮਗੀਨ ਹੈ, ਇੱਥੋਂ ਤੱਕ ਕਿ ਮਰਦਾ ਜਾਂਦਾ ਹੈ। ਤੁਸੀਂ ਇੱਥੇ ਰਹੋ ਅਤੇ ਮੇਰੇ ਨਾਲ ਜਾਗਦੇ ਰਹੋ। ਥੋੜ੍ਹਾ ਅੱਗੇ ਜਾ ਕੇ ਉਹ ਆਪਣੇ ਮੂੰਹ ਪੰਨੇ ਡਿੱਗਿਆ ਅਤੇ ਪ੍ਰਾਰਥਨਾ ਕੀਤੀ, ਮੇਰੇ ਬਾਪ, ਜੇਕਰ ਇਹ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ, ਫਿਰ ਵੀ ਇਹ ਮੇਰੀ ਇੱਛਾ ਅਨੁਸਾਰ ਨਹੀਂ, ਸਗੋਂ ਤੁਹਾਡੀ ਇੱਛਾ ਅਨੁਸਾਰ ਹੋਵੇ। ਫਿਰ ਉਹ ਆਪਣੇ ਚੇਲਿਆਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਸੁੱਤੇ ਪਏ ਦੇਖਿਆ। ਉਸਨੇ ਪਤਰਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ 1 ਘੰਟਾ ਵੀ ਜਾਗ ਨਾ ਸਕੇ। ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਵੋ। ਰੂਹ ਬਿਲਕੁਲ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਉਹ ਫਿਰ ਦੂਜੀ ਵਾਰ ਚਲਾ ਗਿਆ ਅਤੇ ਪ੍ਰਾਰਥਨਾ ਕੀਤੀ, ਮੇਰੇ ਬਾਪ, ਜੇਕਰ ਮੇਰੇ ਪੀਣ ਦੇ ਬਿਨਾਂ ਇਹ ਟਲ ਨਹੀਂ ਸਕਦਾ ਤਾਂ ਤੁਹਾਡੀ ਇੱਛਾ ਪੂਰੀ ਹੋਵੇ। ਉਸਨੇ ਫਿਰ ਆ ਕੇ ਉਹਨਾਂ ਨੂੰ ਸੁੱਤੇ ਪਏ ਦੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਾਰੀ ਸਨ। ਇਸ ਲਈ ਉਹਨਾਂ ਨੂੰ ਫਿਰ ਛੱਡ ਕੇ ਉਹ ਚਲਾ ਗਿਆ ਅਤੇ ਉਸਨੇ ਤੀਜੀ ਵਾਰ ਉਹਨਾਂ ਹੀ ਸ਼ਬਦਾਂ ਨੂੰ ਆਖਦੇ ਹੋਏ ਪ੍ਰਾਰਥਨਾ ਕੀਤੀ। ਫਿਰ ਉਹ ਆਪਣੇ ਚੇਲਿਆਂ ਕੋਲ ਆਇਆ ਅਤੇ ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਅਜੇ ਵੀ ਸੋ ਰਹੇ ਹੋ ਅਤੇ ਆਰਾਮ ਕਰ ਰਹੇ ਹੋ? ਦੇਖੋ, ਉਹ ਵਕਤ ਆ ਗਿਆ ਹੈ ਅਤੇ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥੀਂ ਦਗੇ ਨਾਲ ਫੜਵਾਇਆ ਜਾਂਦਾ ਹੈ। ਉੱਠੋ, ਚਲੀਏ, ਦੇਖੋ ਮੇਰਾ ਵਿਸ਼ਵਾਸਘਾਤੀ ਨੇੜੇ ਹੀ ਹੈ। ਜਦੋਂ ਅਜੇ ਉਹ ਬੋਲ ਹੀ ਰਿਹਾ ਸੀ, ਯਹੂਦਾ 12 ਵਿੱਚੋਂ ਇੱਕ ਆ ਗਿਆ ਅਤੇ ਉਸ ਦੇ ਨਾਲ ਮਹਾਂਪੁਰੋਹਿਤਾਂ ਅਤੇ ਜਨਤਾ ਦੇ ਨੇਤਾਵਾਂ ਵੱਲੋਂ ਕੱਲੀ ਇੱਕ ਵੱਡੀ ਭੀੜ ਤਲਵਾਰਾਂ ਅਤੇ ਲਾਠੀਆਂ ਲੈ ਕੇ ਆਈ। ਉਸ ਦੇ ਵਿਸ਼ਵਾਸਘਾਤੀ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਇਹ ਨਿਸ਼ਾਨੀ ਦਿੱਤੀ ਹੋਈ ਸੀ, ਮੈਂ ਜਿਸ ਦਾ ਮੂੰਹ ਚੁੰਮਾਂਗਾ ਉਹੀ ਹੈ, ਉਸ ਨੂੰ ਫੜ ਲੈਣਾ। ਉਹ ਸਿੱਧਾ ਯੀਸ਼ੂ ਕੋਲ ਆਇਆ ਅਤੇ ਕਿਹਾ, ਸਲਾਮ ਗੁਰੂ ਜੀ, ਅਤੇ ਉਸਨੇ ਉਸ ਦਾ ਮੂੰਹ ਚੁੰਮ ਲਿਆ। ਯੀਸ਼ੂ ਨੇ ਉਸ ਨੂੰ ਕਿਹਾ, ਦੋਸਤ, ਤੁਸੀਂ ਇੱਥੇ ਕਿਵੇਂ? ਤਦ ਉਹਨਾਂ ਨੇ ਅੱਗੇ ਵੱਧ ਕੇ ਯੀਸ਼ੂ ਨੂੰ ਫੜ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜੋ ਯੀਸ਼ੂ ਦੇ ਨਾਲ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਵਧਾ ਕੇ ਆਪਣੀ ਤਲਵਾਰ ਕੱਢੀ ਅਤੇ ਮਹਾਂਪੁਰੋਹਿਤ ਦੇ ਨੌਕਰ 'ਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ। ਤਦ ਯੀਸ਼ੂ ਨੇ ਉਸ ਨੂੰ ਕਿਹਾ, ਆਪਣੀ ਤਲਵਾਰ ਵਾਪਿਸ ਉਸ ਦੀ ਥਾਂ ਰੱਖ, ਕਿਉਂਕਿ ਉਹ ਸਾਰੇ ਜੋ ਤਲਵਾਰ ਚਲਾਉਂਦੇ ਹਨ ਤਲਵਾਰ ਨਾਲ ਨਾਸ਼ ਹੋ ਜਾਣਗੇ। ਤੁਸੀਂ ਕੀ ਸੋਚਦੇ ਹੋ ਕਿ ਮੈਂ ਆਪਣੇ ਬਾਪ ਅੱਗੇ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਤੁਰੰਤ ਹੀ ਮੇਰੇ ਲਈ ਫਰਿਸ਼ਤਿਆਂ ਦੇ 12 ਤੋਂ ਵੀ ਜ਼ਿਆਦਾ ਲਸ਼ਕਰ ਭੇਜ ਨਹੀਂ ਦੇਵੇਗਾ? ਪਰੰਤੂ ਫਿਰ ਧਰਮ ਗ੍ਰੰਥ ਦੀਆਂ ਲਿਖਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜੋ ਕਹਿੰਦੀਆਂ ਹਨ ਕਿ ਇਸੇ ਤਰ੍ਹਾਂ ਹੀ ਹੋਣਾ ਜ਼ਰੂਰੀ ਹੈ। ਉਸ ਵਕਤ ਯੀਸ਼ੂ ਨੇ ਭੀੜ ਨੂੰ ਕਿਹਾ ਕਿ ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਇੱਕ ਡਾਕੂ ਵਾਂਗ ਮੈਨੂੰ ਗ੍ਰਿਫਤਾਰ ਕਰਨ ਆਏ ਹੋ। ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਸਿੱਖਿਆ ਦਿੰਦਾ ਸਾਂ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਨਾ ਕੀਤਾ, ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਜਿਨ੍ਹਾਂ ਨੇ ਯੀਸ਼ੂ ਨੂੰ ਗ੍ਰਿਫਤਾਰ ਕੀਤਾ ਸੀ, ਉਸ ਨੂੰ ਮਹਾਂਪੁਰੋਹਿਤ ਕੈਫਾਸ ਦੇ ਕੋਲ ਲੈ ਗਏ, ਜਿੱਥੇ ਧਰਮ ਗ੍ਰੰਥੀ ਅਤੇ ਨੇਤਾ ਇਕੱਠੇ ਹੋਏ ਸਨ। ਪਰ ਪਤਰਸ ਕੁਝ ਦੂਰੀ 'ਤੇ ਰਹਿ ਕੇ ਉਸ ਦੇ ਪਿੱਛੇ ਮਹਾਂਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਪਹੁੰਚ ਗਿਆ ਅਤੇ ਅੰਦਰ ਜਾ ਕੇ ਅੰਤ ਵੇਖਣ ਲਈ ਪਹਿਰੇਦਾਰਾਂ ਦੇ ਨਾਲ ਬੈਠ ਗਿਆ। ਮਹਾਂਪੁਰੋਹਿਤ ਅਤੇ ਸਾਰੀ ਮਹਾਂਸਭਾ ਯੀਸ਼ੂ ਨੂੰ ਮੌਤ ਦੀ ਸਜ਼ਾ ਦੇਣ ਲਈ ਉਸ ਦੇ ਖਿਲਾਫ ਝੂਠੀ ਗਵਾਹੀ ਲੱਭ ਰਹੀ ਸੀ, ਪਰ ਉਹਨਾਂ ਨੂੰ ਕੋਈ ਨਾ ਮਿਲੀ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਅੱਗੇ ਆਏ ਸਨ। ਆਖਿਰ ਵਿੱਚ 2 ਅੱਗੇ ਆਏ ਅਤੇ ਉਹਨਾਂ ਨੇ ਕਿਹਾ, ਇਸ ਬੰਦੇ ਨੇ ਕਿਹਾ ਸੀ, ਮੈਂ ਖੁਦਾ ਦੀ ਹੈਕਲ ਢਾਹ ਸਕਦਾ ਹਾਂ ਅਤੇ 3 ਦਿਨਾਂ ਵਿੱਚ ਫਿਰ ਬਣਾ ਸਕਦਾ ਹਾਂ। ਤਦ ਮਹਾਂਪੁਰੋਹਿਤ ਖੜਾ ਹੋ ਗਿਆ ਅਤੇ ਉਸਨੇ ਕਿਹਾ, ਕਿ ਤੁਸੀਂ ਕੋਈ ਉੱਤਰ ਨਹੀਂ ਦੇਣਾ? ਇਹ ਕੀ ਹੈ ਜੋ ਇਹ ਲੋਕ ਤੁਹਾਡੇ ਖਿਲਾਫ ਗਵਾਹੀ ਦਿੰਦੇ ਹਨ?
ਪਰ ਯੀਸ਼ੂ ਚੁੱਪ ਸੀ। ਮਹਾਪੁਰੋਹਿਤ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਜਿਉਂਦੇ ਖੁਦਾ ਦੀ ਕਸਮ ਦਿੰਦਾ ਹਾਂ, ਜੇਕਰ ਤੁਸੀਂ ਮਸੀਹ ਹੋ, ਖੁਦਾ ਦੇ ਪੁੱਤਰ, ਤਾਂ ਸਾਨੂੰ ਦੱਸ ਦਿਓ। ਯੀਸ਼ੂ ਨੇ ਉਸ ਨੂੰ ਕਿਹਾ, ਤੁਸੀਂ ਇਹ ਕਹਿ ਦਿੱਤਾ ਹੈ, ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬਸ਼ਕਤੀਮਾਨ ਦੇ ਸੱਜੇ ਬੈਠਿਆਂ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦੇ ਦੇਖੋਗੇ। ਤਦ ਮਹਾਪੁਰੋਹਿਤ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ, ਇਸਨੇ ਕੁਫਰ ਬੋਲਿਆ ਹੈ। ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਜ਼ਰੂਰਤ ਹੈ? ਤੁਸੀਂ ਹੁਣੇ ਉਸ ਦਾ ਕੁਫਰ ਸੁਣ ਲਿਆ ਹੈ। ਤੁਹਾਡਾ ਕੀ ਫੈਸਲਾ ਹੈ? ਉਹਨਾਂ ਨੇ ਉੱਤਰ ਦਿੱਤਾ, ਇਹ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਤਦ ਉਹਨਾਂ ਨੇ ਉਸ ਦੇ ਮੂੰਹ 'ਤੇ ਥੁੱਕਿਆ ਅਤੇ ਉਸ ਨੂੰ ਮਾਰਿਆ। ਕੁਝ ਲੋਕਾਂ ਨੇ ਉਸ ਨੂੰ ਚਪੇੜਾਂ ਮਾਰੀਆਂ, ਨਾਲ ਹੀ ਕਿਹਾ, ਹੇ ਮਸੀਹਾ, ਸਾਡੇ ਲਈ ਨਬੂਵਤ ਕਰ, ਤੈਨੂੰ ਕਿਸ ਨੇ ਮਾਰਿਆ? ਹੁਣ ਪਤਰਸ ਬਾਹਰ ਵਿਹੜੇ ਵਿੱਚ ਬੈਠਿਆ ਹੋਇਆ ਸੀ। ਇੱਕ ਨੌਕਰਾਨੀ ਨੇ ਠੀਕ ਉਸ ਦੇ ਕੋਲ ਆ ਕੇ ਕਿਹਾ, ਤੂੰ ਵੀ ਗਲੀਲ ਨਿਵਾਸੀ ਦੇ ਯੀਸ਼ੂ ਨਾਲ ਸੀ। ਪਰ ਉਸਨੇ ਉਹਨਾਂ ਸਾਰਿਆਂ ਦੇ ਸਾਹਮਣੇ ਇਹ ਕਹਿੰਦੇ ਹੋਏ ਇਨਕਾਰ ਕੀਤਾ, ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਕਹਿ ਰਹੇ ਹੋ। ਜਦੋਂ ਉਹ ਬਾਹਰ ਫਾਟਕ ਵੱਲ ਗਿਆ ਤਾਂ ਇੱਕ ਦੂਜੀ ਨੌਕਰਾਨੀ ਨੇ ਉਸ ਨੂੰ ਦੇਖਿਆ ਅਤੇ ਉੱਥੇ ਖੜੇ ਲੋਕਾਂ ਨੂੰ ਕਿਹਾ, ਇਹ ਆਦਮੀ ਵੀ ਯੀਸ਼ੂ ਨਾਸਰੀ ਦੇ ਨਾਲ ਸੀ। ਉਸਨੇ ਫਿਰ ਕਸਮ ਖਾ ਕੇ ਇਸ ਦਾ ਇਨਕਾਰ ਕੀਤਾ, ਉਸ ਆਦਮੀ ਨੂੰ ਮੈਂ ਨਹੀਂ ਜਾਣਦਾ। ਥੋੜ੍ਹੇ ਚਿਰ ਬਾਅਦ ਉੱਥੇ ਖੜੇ ਲੋਕ ਲਾਗੇ ਆਏ ਅਤੇ ਉਹਨਾਂ ਨੇ ਪਤਰਸ ਨੂੰ ਕਿਹਾ, ਯਕੀਨਨ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੀ ਹੋ, ਕਿਉਂਕਿ ਤੁਹਾਡੀ ਬੋਲੀ ਦਾ ਢੰਗ ਹੀ ਦੱਸਦਾ ਹੈ। ਤਦ ਉਹ ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਸਮ ਖਾਣ ਲੱਗਾ, ਮੈਂ ਉਸ ਆਦਮੀ ਨੂੰ ਜਾਣਦਾ ਤੱਕ ਨਹੀਂ। ਉਸੇ ਵੇਲੇ ਕੁੱਕੜ ਨੇ ਬਾਂਗ ਦਿੱਤੀ। ਤਦ ਪਤਰਸ ਨੂੰ ਯੀਸ਼ੂ ਦਾ ਇਹ ਕਹਿਣਾ ਯਾਦ ਆਇਆ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਉਹ ਬਾਹਰ ਨਿਕਲ ਗਿਆ ਅਤੇ ਟਾਹਾਂ ਮਾਰ ਕੇ ਰੋਇਆ।